ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਸਥਾਪਨਾ ਸਮਾਗਮ ਹੋਏ ਨੇ ਉਸ ਮੌਕੇ ਜੋ ਬਿਆਨ ਦਿੱਤਾ ਗਿਆ ਹੈ ਕਿ ਜਿਹੜੀ ਭਾਜਪਾ ਸਰਕਾਰ ਹੈਗੀ ਜੀ ਉੱਥੋਂ ਹੀ ਆਪਾਂ ਸ਼ੁਰੂ ਕਰੀਏ ਕਿ ਭਾਜਪਾ ਸਰਕਾਰ ਜਿਹੜੀ ਉਹ ਈਵੀਐਮ ਦੀ ਸਰਕਾਰ ਹੈਗੀ, ਈਵੀਐਮ ਚੋਂ ਨਿਕਲੀ ਹੋਈ ਸਰਕਾਰ ਹੈ ਤੇ ਸਿੱਖਾਂ ਨੂੰ ਜਿਹੜਾ ਉਹ ਸੁਚੇਤ ਰਹਿਣਾ ਚਾਹੀਦਾ ਹੈ ਤਮਾਮ ਚੀਜ਼ਾਂ ਤੋਂ। ਮੈਂ ਵੀ ਸੁਚੇਤ ਕਰ ਰਿਹਾ ਸਿੱਖਾਂ ਨੂੰ ਇਸ ਬੰਦੇ ਤੋਂ, ਬਾਦਲ ਤੋਂ, ਕਿ ਇਹ ਅਕਾਲ ਤਖ਼ਤ ਦਾ ਬਾਰ-ਬਾਰ ਮਿਸਯੂਜ਼ ਕਰ ਰਿਹਾ ਤੇ ਬਾਦਲ ਦਾ ਇਹ ਕਰਿੰਦਾ ਇੱਕ ਉਹਦਾ ਸਿਖਾਇਆ ਦਿੱਤਾ ਰਿਹਾ। ਇਹ ਬੰਦਾ ਉਦੋਂ ਨਹੀਂ ਬੋਲਿਆ ਜਦੋਂ ਸੈਂਟਰ ਦੇ ਵਿੱਚ ਭਾਈਵਾਲ ਸੀਗੀ। ਤੇ ਵੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਕਿਹਾ ਗਿਆ ਕਿ ਉੱਥੇ ਤਾਲੇ ਮਾਰ ਦਿੱਤੇ ਗਏ, ਜੇ ਹੁਣ ਕੋਈ ਆਉਂਦਾ ਹੈ ਤਾਂ ਜਿਹੜੀਆਂ ਸਿੱਖ ਸੰਗਤਾਂ ਉਹ ਘਰਾਂ 'ਚ ਨਾ ਬੈਠੀਆਂ ਰਹਿਣ, ਉਹ ਵੀ ਜਿਹੜੀਆਂ ਆਉਣ। ਇਸ ਬਿਆਨ ਨੂੰ ਕਿਸ ਸੰਦਰਭ ਦੇ ਵਿੱਚ ਦੇਖਦੇ? ਮੈਂ ਉਹੀ ਕਹਿਣਾ ਕਿ ਇਸ ਬੰਦੇ ਨੂੰ ਪਤਾ ਨਹੀਂ, ਆਪਣੇ ਆਪ ਤੇ ਭਰੋਸਾ ਨਹੀਂ, ਜਾਂ ਇਹਨੂੰ ਗਿਆਨ ਨਹੀਂ ਹੈਗਾ, ਜਾਂ ਇਹਨੂੰ ਕੋਈ ਪੜ੍ਹਾ ਰਿਹਾ ਹੈ। ਇੱਕ ਤਾਂ ਕੁਤਾਹੀ ਤੁਹਾਡੇ 'ਚ ਆ, ਤੁਸੀਂ ਜਿਹੜਾ ਮਸਲਾ ਆ ਉਹਦਾ ਜਵਾਬ ਨਹੀਂ ਦੇ ਰਹੇ। 328 ਸਰੂਪ ਕਿੱਥੇ ਗਏ, ਕਿਹਦੇ ਹੁਕਮ ਨਾਲ ਗਏ, ਦੱਸ ਨਹੀਂ ਪਾ ਰਹੇ, ਤੁਹਾਡੀ ਇਨਕੁਆਇਰੀ ਨਹੀਂ ਦੱਸ ਪਾ ਰਹੀ। ਦੂਸਰਾ, ਇਹਨੂੰ ਤੁਸੀਂ ਘਪਲਾ ਕਹਿ ਕੇ ਤੇ ਲਪੇਟ ਰਹੇ ਹੋ, ਇਹ ਕੋਈ ਜਵਾਬ ਨਹੀਂ। ਉਹ ਤਾਂ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਾਡੇ ਵੱਲੋਂ ਸੰਗਤਾਂ ਦਾ ਪ੍ਰੈਸ਼ਰ ਹੀ ਬਹੁਤ ਆ ਕਿ ਪੁਲਿਸ ਨਹੀਂ ਇਨਵੋਲਵ ਕਰਨੀ। ਪੁਲਿਸ ਤੋਂ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਂਦੀ, ਮੌਤ ਦੇਖਦੀ ਆ। ਪੁਲਿਸ ਹਰੇਕ ਦਫਾ, ਹਰੇਕ ਜਗ੍ਹਾ, ਹਰੇਕ ਟਾਈਮ ਤੇ ਤੁਹਾਡੇ ਨਾਲ ਸਾਏ ਦੀ ਤਰ੍ਹਾਂ ਬੈਠੀ ਆ। ਅੱਜ ਮਾਂ ਮਰੀ ਪਈ ਆ ਮਜੀਠੀਆ ਦੀ, ਉਹ ਤੋਂ ਕਮਾਂਡੋ ਵਾਪਸ ਲੈ ਲਿਆ ਤੇ ਉਹ ਪੁਲਿਸ ਚੰਗੀ ਆ? ਕਿ ਅਸੀਂ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ। ਕਿਸ ਤਰ੍ਹਾਂ ਕਰਤਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ? ਮੈਂ ਤੁਹਾਨੂੰ ਕਹਿ ਰਿਹਾ, ਯਾਨੀ ਕਿ ਉਹ ਟਾਸਕ ਫੋਰਸ ਤੋਂ ਬਾਹਰ ਦੇ ਵਿਅਕਤੀ ਸੀ, ਉਹ ਕੁੱਟਣ ਲਈ ਬੁਲਾਏ ਗਏ। ਬਿਲਕੁਲ ਬਿਲਕੁਲ, ਮੈਂ ਸਾਬਤ ਕਰੂੰਗਾ। ਪ੍ਰੈਸ ਦੇ ਸਾਹਮਣੇ ਆਉਣ, ਟਾਈਮ ਦੇਣ, ਅੰਮ੍ਰਿਤਸਰ ਦਾ ਦੇਣ, ਅੰਮ੍ਰਿਤਸਰ ਦਾ, ਚੰਡੀਗੜ੍ਹ ਦਾ ਦੇਣ, ਬਾਦਲ ਦੇ ਘਰ ਦਾ ਦੇ ਦੇਣ। ਇਹਨਾਂ ਨੂੰ ਡਰ ਲੱਗਦਾ, ਮੈਂ ਜਾਊਂਗਾ। PTN 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਪੂਰੇ ਹੋਣ ਤੇ ਸਥਾਪਨਾ ਸਮਾਗਮ ਕਰਵਾਏ ਗਏ, ਜਿੱਥੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਭਾਸ਼ਣ ਉੱਥੇ ਦਿੱਤਾ ਗਿਆ ਸੰਗਤਾਂ ਨੂੰ ਸੰਬੋਧਨ ਹੁੰਦਿਆਂ, ਉਸ ਬਾਰੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜੋ ਚਰਚਾ ਸ਼ੁਰੂ ਹੋਈ ਹੈ ਤਾਂ ਉਹ ਚੋਣਾਂ ਦੀ ਸੰਭਾਵਨਾ ਕਿੰਨੀ ਕੁ ਹੈ, ਤੇ ਇਸ ਮਾਮਲੇ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ। ਸਿੰਘ ਸਾਹਿਬ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਸਥਾਪਨਾ ਸਮਾਗਮ ਹੋਏ ਨੇ ਉਸ ਮੌਕੇ ਜੋ ਬਿਆਨ ਦਿੱਤਾ ਗਿਆ ਹੈ ਕਿ ਜਿਹੜੀ ਭਾਜਪਾ ਸਰਕਾਰ ਹੈਗੀ ਜੀ ਉੱਥੋਂ ਹੀ ਆਪਾਂ ਸ਼ੁਰੂ ਕਰੀਏ ਕਿ ਭਾਜਪਾ ਸਰਕਾਰ ਜਿਹੜੀ ਉਹ ਈਵੀਐਮ ਦੀ ਸਰਕਾਰ ਹੈਗੀ, ਈਵੀਐਮ ਚੋਂ ਨਿਕਲੀ ਹੋਈ ਸਰਕਾਰ ਹੈ ਤੇ ਸਿੱਖਾਂ ਨੂੰ ਜਿਹੜਾ ਉਹ ਸੁਚੇਤ ਰਹਿਣਾ ਚਾਹੀਦਾ ਹੈ ਤਮਾਮ ਚੀਜ਼ਾਂ ਤੋਂ। ਮੈਂ ਵੀ ਸੁਚੇਤ ਕਰ ਰਿਹਾ ਸਿੱਖਾਂ ਨੂੰ ਇਸ ਬੰਦੇ ਤੋਂ, ਬਾਦਲ ਤੋਂ, ਕਿ ਇਹ ਅਕਾਲ ਤਖ਼ਤ ਦਾ ਬਾਰ-ਬਾਰ ਮਿਸਯੂਜ਼ ਕਰ ਰਿਹਾ ਤੇ ਬਾਦਲ ਦਾ ਇਹ ਕਰਿੰਦਾ ਇੱਕ ਉਹਦਾ ਸਿਖਾਇਆ ਦਿੱਤਾ ਰਿਹਾ। ਇਹ ਬੰਦਾ ਉਦੋਂ ਨਹੀਂ ਬੋਲਿਆ ਜਦੋਂ ਸੈਂਟਰ ਦੇ ਵਿੱਚ ਭਾਈਵਾਲ ਸੀਗੀ, ਭਾਜਪਾ ਇਹਨਾਂ ਦੇ ਨਾਲ, ਬਾਦਲ ਦੇ ਨਾਲ। ਹਰਸਿਮਰਤ ਤੇ ਸੁਖਬੀਰ ਸਿੰਘ ਉੱਥੇ ਸਾਈਨ ਕਰਦੇ ਸੀ 370 ਧਾਰਾ ਤੇ ਇਹ ਇੱਥੇ ਮੈਸੇਜ ਦਿੰਦਾ ਸੀ ਇਹ ਬਹੁਤ ਜ਼ਾਲਮ ਸਰਕਾਰ ਆ, ਇਹ ਮੁਸਲਮਾਨਾਂ ਦਾ ਸਾਥ ਦਿਓ। ਇੱਕ ਕਿਸਾਨਾਂ ਦੇ ਨਾਲ ਇਹਨਾਂ ਨੇ ਜਿਹੜਾ ਮਜ਼ਾਕ ਕੀਤਾ, ਉਹ ਇੱਕ ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ, ਲਗਾਤਾਰ ਇਹ ਪ੍ਰਚਾਰ ਕਰਦੇ ਰਹੇ ਕਿ ਬੜਾ ਚੰਗਾ ਹੈ, ਇਹ ਬੜਾ ਚੰਗਾ ਹੈ ਕਿਸਾਨਾਂ ਲਈ। ਤੋ ਹਰਸਿਮਰਤ ਨੇ ਉੱਥੇ ਸਾਈਨ ਕੀਤੇ ਆਰਡੀਨੈਂਸ, ਜਦੋਂ ਕੈਬਨਿਟ ਦੇ ਪਾਸ ਹੋਇਆ ਉਹਦੇ ਬਾਅਦ ਬਾਦਲ ਸਾਹਿਬ ਨੇ PTC ਤੇ ਆ ਕੇ ਇਹ ਕਿਹਾ ਲੋਕਾਂ ਨੂੰ ਕਿ ਬੜਾ ਚੰਗਾ। ਪਰ ਜਦੋਂ ਇਹ ਲੋਕੀ ਇਹਨਾਂ ਦੇ ਘਰ ਪਹੁੰਚ ਗਏ ਉਦੋਂ ਫਿਰ ਇਹ ਰਿਜ਼ਾਈਨ ਕੀਤਾ, ਛੱਡ ਦਿੱਤੇ। ਹੁਣ ਇਹ ਯਾਰੀਆਂ ਟੁੱਟ ਗਈਆਂ, ਹੁਣ ਉਹ EVM ਤੋਂ ਨਿਕਲੀ ਹੈ ਸਰਕਾਰ ਤੇ ਇਹ ਬਕਸੇ 'ਚੋਂ ਨਿਕਲੇ ਨੇ। ਤੋ ਇਹ ਜਥੇਦਾਰ ਝੂਠ ਬੋਲ ਰਿਹਾ, ਇਹ ਖੇਡ ਰਿਹਾ ਪ੍ਰਕਾਸ਼ ਸਿੰਘ ਬਾਦਲ ਦੀ। ਇਹਨੂੰ ਪਤਾ ਨਹੀਂ ਇਹ ਕੀ ਕਰ ਰਿਹਾ। ਤੋ ਅਕਾਲ ਤਖ਼ਤ ਦਾ ਮਿਸਯੂਜ਼ ਕਰ ਰਿਹਾ, ਸੰਗਤਾਂ ਨੂੰ ਗੁੰਮਰਾਹ ਕਰ ਰਿਹਾ। ਅਕਾਲ ਤਖ਼ਤ ਦਾ ਮਿਸਯੂਜ਼ ਕਰਕੇ ਬਾਦਲ ਪਰਿਵਾਰ ਨੂੰ ਸੱਤਾ ਦਿਵਾਉਣ ਲਈ ਇਹ ਕੰਮ ਕਰ ਰਿਹਾ। ਇਹਦਾ ਕੋਈ ਹੋਰ ਪੰਥ ਲਈ ਜਾਂ ਗੁਰੂ ਘਰ ਲਈ ਇਹਦਾ ਕੋਈ ਚੰਗਾ ਮੈਸੇਜ ਨਹੀਂਗਾ। ਇਹ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਮੈਸੇਜ ਹੈ। ਸਿੰਘ ਸਾਹਿਬ, ਇਸ ਤੋਂ ਪਹਿਲਾਂ ਵੀ ਜਦੋਂ ਉਹ RSS ਤੇ ਟਿੱਪਣੀਆਂ ਲਗਾਤਾਰ ਕਰਦੇ ਰਹੇ ਨੇ ਕਿ RSS ਜਿਹੜੀ ਉਹ ਭਾਰਤ ਦੇ ਵਿੱਚੋਂ ਬੈਨ ਹੋਣੀ ਚਾਹੀਦੀ ਹੈਗੀ, ਇਸ ਤੋਂ ਇਲਾਵਾ ਰਾਸ਼ਟਰੀ ਸਿੱਖ ਸੰਗਤ ਬਾਰੇ ਵੀ ਉਹਨਾਂ ਨੇ ਇੱਕ ਵਾਰ ਟਿੱਪਣੀ ਕੀਤੀ, ਤਾਂ ਉਹ ਬਿਆਨ ਤਾਂ ਸਮਝੌਤਾ ਟੁੱਟਣ ਤੋਂ ਜਿਹੜੇ ਪਹਿਲਾਂ ਦੇ ਨੇ। ਮੈਂ ਉਸ ਟਾਈਮ ਤੇ ਸਮਝੌਤਾ ਟੁੱਟਣ ਦੇ ਕਿਨਾਰੇ ਸੀ ਤੇ ਮੈਂ ਉਸ ਟਾਈਮ ਵੀ ਕਿਹਾ ਸੀਗਾ ਕਿ ਸੁਖਬੀਰ ਬਾਦਲ ਬੁਲਾਉਂਦਾ ਪਿਆ ਹੈ। ਅਗਰ ਮੈਂ ਇਹਨੂੰ ਪ੍ਰੈਸ ਕਾਨਫਰੰਸ ਕਰਕੇ ਅੰਮ੍ਰਿਤਸਰ ਕੀਤੀ ਸੀ ਪ੍ਰੈਸ ਕਾਨਫਰੰਸ, ਕਿ ਅਗਰ ਇਹ
ਆਰਐਸਐਸ ਮਾੜੀ ਹੈ ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤੇ ਤੂੰ ਸਭ ਤੋਂ ਪਹਿਲਾਂ ਹਰਸਿਮਰਤ ਤੇ ਸੁਖਬੀਰ ਬਾਦਲ ਤੇ ਪਾਬੰਦੀ ਲਾਓ, ਸੈਂਟਰ 'ਚ ਵਾਪਸ ਆਉਣ। ਸਾਡੀ ਪੱਗ ਰੋਲਦੇ ਪਏ ਨੇ ਇਹ ਬਾਦਲ ਪਰਿਵਾਰ ਤੇ ਉਹਦੇ ਬੱਚੇ, ਤੂੰ ਭਾਈਵਾਲੀ ਕਰਕੇ ਆਰਐਸਐਸ ਦੇ ਨਾਲ ਜਾਂ ਭਾਜਪਾ ਨਾਲ, ਤੇ ਤੂੰ ਮੈਸੇਜ ਕਿਹਨੂੰ ਦੇਣਾ? ਤੂੰ ਜਥੇਦਾਰ ਅਕਾਲ ਤਖਤ ਅਗਰ ਹੈਗਾ ਤਾਂ ਸਭ ਤੋਂ ਪਹਿਲਾਂ ਹੁਕਮ ਦੇ ਕਿ ਇਹ ਪਰਿਵਾਰ ਵਾਪਸ ਆਵੇ, ਆਪਣੀ ਸਾਂਝ ਤੋੜੇ, ਤੋ ਸਿੱਖ ਸੰਗਤ ਨੂੰ ਜਾਣਕਾਰੀ ਮਿਲੇ ਕਿ ਜੋ ਤੂੰ ਬੋਲਦਾ ਹੈ ਤੇ ਉਹਨਾਂ ਦੀ ਜਿਹੜਾ ਕਰਮ ਹੈ ਇੱਕੋ ਆ। ਇਸੇ ਦੌਰਾਨ ਹੀ ਇੱਕ ਹੋਰ ਬਿਆਨ ਉਹਨਾਂ ਦੀ ਇੱਕ ਤਕਰੀਰ ਜਿਹੜੀ ਸਾਹਮਣੇ ਆਈ ਸੀ, ਜਿਹਦੇ 'ਚ ਉਹਨਾਂ ਕਿਹਾ ਕਿ ਸੰਗਤਾਂ ਕਹਿ ਦਿੰਦੀਆਂ ਨੇ ਕਿ ਜਿਹੜੇ ਮੌਜੂਦਾ ਜਥੇਦਾਰ ਨੇ ਉਹ ਜਿਹੜੀ ਹੈ ਅਹਿਮ ਭੂਮਿਕਾ ਜਿਹੜੀ ਅਦਾ ਨਹੀਂ ਕਰਦੇ, ਉਹ ਸਖਤ ਫੈਸਲੇ ਨਹੀਂ ਲੈਂਦੇ। ਪਰ ਉਹ ਕਹਿੰਦੇ ਕਿ ਸਖਤ ਫੈਸਲੇ ਲੈ ਤਾਂ ਲਈਏ, ਪਰ ਸੰਗਤਾਂ ਪਿੱਛੇ ਖੜਦੀਆਂ ਨਹੀਂ। ਸਿੰਘ ਸਾਹਿਬਾਨਾਂ ਦੇ ਸੰਗਤਾਂ ਤਾਂ ਖੁਦ ਰਾਜਨੀਤਿਕ ਪਾਰਟੀਆਂ 'ਚ ਵੰਡੀਆਂ ਹੋਈਆਂ ਨੇ। ਸਖਤ ਫੈਸਲੇ ਲੈਣ ਲਈ ਸਖਤ ਫੈਸਲਾ ਕਦੀ ਵੀ ਸਖਤ ਨਹੀਂ ਹੁੰਦਾ। ਫੈਸਲਾ ਅਖਲਾਕ ਨਾਲ ਜੁੜਿਆ ਹੁੰਦਾ ਅਕਾਲ ਤਖਤ ਦਾ, ਤੇ ਉਹ ਲੈਣ ਲਈ ਲੱਤਾਂ ਚਾਹੀਦੀਆਂ। ਇਹਦੀਆਂ ਲੱਤਾਂ ਆਪਣੀਆਂ ਨਹੀਂ, ਇਹ ਵਿਸਾਖੀਆਂ ਤੇ ਬੈਠਾ। ਤੋ ਇਹ ਬੰਦਾ ਜਿਹੜਾ ਇਹ ਦਿਹਾੜੀ ਲੈ ਕੇ ਕੰਮ ਕਰ ਰਿਹਾ, ਇਹਨੂੰ ਪਤਾ ਨਹੀਂ ਕਿ ਕੱਲ੍ਹ ਨੂੰ ਮੈਨੂੰ ਉਹਨਾਂ ਨੇ ਇੱਥੇ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ। ਇਹ ਬਾਦਲ ਨੇ ਇਹ ਜਿਹੜੀ ਪ੍ਰਣਾਲੀ ਆ ਪੰਥ ਤੇ ਗ੍ਰੰਥ ਦੀ, ਉਹਨੂੰ ਤਹਿਸ਼ ਨਹਿਸ਼ ਕੀਤਾ ਹੋਇਆ। ਤੋ ਇਹ ਛਲਾਵੇ ਜਿਹੇ ਤੇ ਜਾਲੀ ਜਿਹੇ ਭਾਸ਼ਣ ਦੇ ਰਿਹਾ। ਇਸ ਬੰਦੇ ਦੇ ਪੱਲੇ ਕੱਖ ਨਹੀਂ। ਜੋ ਵੀ ਇਹਨੇ ਜੋ ਕੁਛ ਵੀ ਇਹਨੇ ਕੀਤਾ ਆ 100 ਸਾਲਾਂ ਤੇ, ਕੋਈ 100 ਸਾਲਾਂ ਦਾ ਮੈਸੇਜ ਦਿੱਤਾ ਹੈ ਤਾਂ ਦੱਸੋ। ਕੋਈ 100 ਸਾਲ 'ਚ ਇਹਨਾਂ ਜਿਹੜੀ ਕਮਾਈ ਕੀਤੀ ਉਹ ਦੱਸੋ। ਇੱਥੇ ਆਉਂਗੇ ਅਸੀਂ ਗਿੱਟੇ ਤੋੜ ਦਿਆਂਗੇ, ਇੱਥੇ ਆਉਣਗੇ ਅਸੀਂ ਸਾਨੂੰ ਦੁੱਕੀ ਤਿੱਕੀ ਬਣਾਈ ਜਾਂਦਾ, ਆਪ ਪਾਤਸ਼ਾਹ ਬਣਿਆ ਫਿਰਦਾ। ਤੋ ਘੱਟੋ ਘੱਟ ਇਹ ਆ ਕਿ 100 ਸਾਲ ਪਹਿਲਾਂ ਤੇਰੇ ਵਰਗੇ ਮਹੰਤਾਂ ਨੂੰ ਕੱਢਣ ਲਈ ਜਦੋਜਹਿਦ ਹੋਈ ਸੀ, ਉਹੀ ਜਦੋਜਹਿਦ ਅੱਜ ਹੋ ਰਹੀ ਹੈ। ਤੂੰ ਕਿੱਥੇ ਖੜਾ? ਤੁਸੀਂ ਜਿਹੜਾ ਬਿਆਨ ਦਾ ਜ਼ਿਕਰ ਕੀਤਾ, ਉਹਨਾਂ ਨੇ ਸੰਗਤਾਂ ਵੱਲੋਂ 328 ਪਾਵਨ ਸਰੂਪ ਗਾਇਬ ਹੋਏ ਨੇ, ਉਸ ਮਾਮਲੇ ਨੂੰ ਲੈ ਕੇ ਸੰਗਤਾਂ ਵੱਲੋਂ ਉੱਥੇ ਸ਼ਾਂਤਮਈ ਧਰਨਾ ਵੀ ਦਿੱਤਾ ਗਿਆ, ਤੇ ਇਹ ਵੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਕਿਹਾ ਗਿਆ ਕਿ ਉੱਥੇ ਤਾਲੇ ਮਾਰ ਦਿੱਤੇ ਗਏ। ਜੇ ਹੁਣ ਕੋਈ ਆਉਂਦਾ ਹੈ ਤਾਂ ਜਿਹੜੀਆਂ ਸਿੱਖ ਸੰਗਤਾਂ ਉਹ ਘਰਾਂ 'ਚ ਨਾ ਬੈਠੀਆਂ ਰਹਿਣ, ਉਹ ਵੀ ਜਿਹੜੀਆਂ ਆਉਣ। ਇਸ ਬਿਆਨ ਨੂੰ ਕਿਸ ਸੰਦਰਭ ਦੇ ਵਿੱਚ ਦੇਖਦੇ? ਮੈਂ ਉਹੀ ਕਹਿਣਾ ਕਿ ਇਸ ਬੰਦੇ ਨੂੰ ਪਤਾ ਨਹੀਂ, ਆਪਣੇ ਆਪ ਤੇ ਭਰੋਸਾ ਨਹੀਂ, ਜਾਂ ਇਹਨੂੰ ਗਿਆਨ ਨਹੀਂ ਹੈਗਾ, ਜਾਂ ਇਹਨੂੰ ਕੋਈ ਪੜ੍ਹਾ ਰਿਹਾ ਹੈ। ਇੱਕ ਤਾਂ ਕੁਤਾਹੀ ਤੁਹਾਡੇ 'ਚ ਆ, ਤੁਸੀਂ ਜਿਹੜਾ ਮਸਲਾ ਆ ਉਹਦਾ ਜਵਾਬ ਨਹੀਂ ਦੇ ਰਹੇ। 328 ਸਰੂਪ ਕਿੱਥੇ ਗਏ, ਕਿਹਦੇ ਹੁਕਮ ਨਾਲ ਗਏ, ਦੱਸ ਨਹੀਂ ਪਾ ਰਹੇ। ਤੁਹਾਡੀ ਇਨਕੁਆਇਰੀ ਨਹੀਂ ਦੱਸ ਪਾ ਰਹੀ। ਦੂਸਰਾ, ਇਹਨੂੰ ਤੁਸੀਂ ਘਪਲਾ ਕਹਿ ਕੇ ਤੇ ਲਪੇਟ ਰਹੇ ਹੋ, ਇਹ ਕੋਈ ਜਵਾਬ ਨਹੀਂ। ਤੀਸਰਾ, ਗੁਰੂ ਗ੍ਰੰਥ ਸਾਹਿਬ ਦੇ 200 ਸਰੂਪ ਜਿਹੜੇ ਨੇ ਫੌਜ ਵੱਲੋਂ ਵਾਪਸ ਕੀਤੇ, ਉਹ ਨਹੀਂ ਮਿਲ ਰਹੇ, ਉਹਦਾ ਤੁਸੀਂ ਜਵਾਬ ਨਹੀਂ ਦੇ ਰਹੇ। 200 ਸਰੂਪ ਹੱਥ ਲਿਖਤ ਪੁਰਾਣੇ, 2 ਦਸਮ ਗ੍ਰੰਥ, 2 ਜਨਮ ਸਾਖੀਆਂ, 28 ਹੁਕਮਨਾਮੇ ਗੁਰੂ ਸਾਹਿਬ ਦੇ ਨਹੀਂ ਮਿਲ ਰਹੇ। ਉਹਦੇ ਲਈ ਹਾਈ ਕੋਰਟ ਇਹਨਾਂ ਨੂੰ 2008 ਤੋਂ ਪੁੱਛ ਰਿਹਾ, ਇਹ ਜਵਾਬ ਨਹੀਂ ਦੇ ਰਹੇ। ਕਮੇਟੀ ਬਣਾਈ ਆ, ਪਤਾ ਕਰ ਰਹੇ ਆ, ਲੱਭ ਰਹੇ ਆ, ਲੇਕਿਨ ਜਵਾਬ ਨਹੀਂ ਦੇ ਰਹੇ। ਅਸੀਂ ਪੁੱਛ ਰਹੇ ਹਾਂ, ਪ੍ਰੈਸ ਪੁੱਛ ਰਹੀ ਹੈ, ਜਵਾਬ ਨਹੀਂ ਦੇ ਰਹੇ। ਤੋ ਜਦੋਂ ਜਵਾਬ ਲੈਣ ਗਏ ਤੁਸੀਂ ਹੱਥ ਪੈਰ ਤੋੜੇ। ਉਹ ਕਹਿੰਦੇ ਕਿ ਬਹੁਤ ਇਹ ਅਵਗਿਆ ਕੀਤੀ ਆ, ਇੱਥੇ ਇਹ ਪਿਰਤ ਮਾੜੀ ਪਾਈ ਹੈ। ਮੈਂ ਇਹਨੂੰ ਪੁੱਛਦਾ ਹਾਂ ਕਿ ਜਿਹੜੀ ਬਾਦਲ ਪਿਰਤ ਪਾਉਂਦਾ ਚੰਗੀ ਹੈ? ਉਹ ਤਾਂ ਅਕਾਲ ਤਖਤ ਦੇ ਮਕਾਮ ਤੋਂ ਰਾਜਸੀ ਗੱਲਾਂ ਕਰਦਾ। ਉਹ ਅਕਾਲ ਤਖਤ ਦੇ ਪਲੇਟਫਾਰਮ ਤੋਂ ਇਹੋ ਜਿਹੇ ਤੋਤਿਆਂ ਨੂੰ ਬੁਲਾਉਂਦਾ, ਉਹ ਪਿਰਤ ਚੰਗੀ ਹੈ? ਅਕਾਲ ਤਖਤ ਤੋਂ ਧਰਮ ਯੁੱਧ ਮੋਰਚਾ ਲਾ ਕੇ ਮਰਜੀਵੜੇ ਬਣਾ ਕੇ ਸਿੱਖਾਂ ਨੂੰ ਮਰਾਉਣਾ ਚੰਗੀ ਪਿਰਤ ਆ? ਉੱਤੇ ਸੜਨਾ ਫਤਿਹ ਸਿੰਘ ਵੱਲੋਂ ਹਮਨਕੁੰਡ ਬਣਾਉਣਾ ਚੰਗੀ ਪਿਰਤ ਆ? ਇੱਕ ਸਮਾਂ ਆਇਆ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗਏ ਹਰਿਮੰਦਰ ਸਾਹਿਬ, ਤੇ ਇਹੋ ਜਿਹੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ, ਤਾਂ ਉਹਨਾਂ ਨੇ ਬਾਹਰ ਥੜੇ 'ਤੇ ਬਹਿ ਕੇ ਹੀ ਪ੍ਰੋਟੈਸਟ ਕੀਤਾ ਸੀ। ਪ੍ਰਮਾਤਮਾ ਦੀ ਯਾਦ ਵਿੱਚ ਬੈਠੇ ਅਸੀਂ ਉਹਨਾਂ ਦੇ ਚਰਨ ਚਲਾਂ 'ਤੇ ਚੱਲ ਕੇ ਗਏ। ਜਿਹੜੇ ਸਾਡੇ ਤੋਂ ਪਹਿਲਾਂ ਗਏ 2 ਵਾਰੀ ਉਹਨਾਂ ਨੂੰ ਮਾਰ ਕਟਾਈ ਕੀਤੀ। ਤੋ ਮਾਰ ਕਟਾਈ ਕਰਕੇ ਤੇ ਫਿਰ ਇੱਕ ਮਤਾ ਪਾਸ ਕੀਤਾ ਕਿ ਇੱਥੇ ਅੱਗੇ ਤੋਂ ਕੋਈ ਨਹੀਂ ਆਊਗਾ, ਇੱਥੇ ਕੋਈ ਅੱਗੇ ਤੋਂ ਆ ਕੇ ਪ੍ਰੋਟੈਸਟ ਨਹੀਂ ਕਰੂਗਾ। ਮੈਂ ਉਸ ਚੈਲੰਜ ਨੂੰ ਸਵੀਕਾਰ ਕਰਕੇ 7 ਤਰੀਕ ਨੂੰ ਗਿਆ ਵੀ ਅਸੀਂ ਜਵਾਬ ਲੈਣਾ, ਸਾਨੂੰ ਜਵਾਬ ਚਾਹੀਦਾ। ਇਹ ਜਵਾਬ ਕਿਉਂ ਨਹੀਂ ਦਿੰਦੇ? 100 ਸਾਲਾ ਮਨਾ ਲਿਆ, ਤਕਰੀਰਾਂ ਕਰ ਲਈਆਂ, ਹੱਥ ਪੈਰ ਤੋੜਤੇ, ਤੁਸੀਂ ਗੱਲ ਦਾ ਜਵਾਬ ਨਾ ਦਿਓ, ਤੇ ਜਦੋਂ ਕੋਈ ਲੈਣ ਜਾਵੇ ਤਾਂ ਉਹਦੇ ਤੁਸੀਂ ਹੱਥ ਪੈਰ ਤੋੜੋ। ਮਰਿਆਦਾ ਉਹ ਚੰਗੀ ਪਿਰਤ ਆ? ਅੱਜ ਤੁਸੀਂ ਇੱਕ ਥ੍ਰੈਟ ਦੇ ਰਹੇ ਹੋ ਕਿ ਅੱਗੇ ਤੋਂ ਕੋਈ ਦੁੱਕੀ ਤਿੱਕੀ ਸਿਰ ਫਿਰਿਆ ਇੱਥੇ ਆਵੇ ਤੇ ਲਾਠੀਆਂ ਲੈ ਕੇ ਧਾ ਕੇ ਆ ਜਾਓ, ਘਰਾਂ 'ਚ ਨਾ ਬੈਠੇ ਰਹੋ। ਤੂੰ ਆਪ ਤੇ ਆ ਪਹਿਲਾਂ, ਜਦੋਂ ਅਸੀਂ ਉੱਥੇ ਜਾਂਦੇ ਆ ਤੂੰ ਆਪ ਤੇ ਆ ਪਹਿਲਾਂ ਨਿਕਲ ਕੇ ਲਾਠੀ ਲੈ ਕੇ। ਤੇਰੇ 'ਚ ਹਿੰਮਤ ਆ, ਦੱਸ ਸੰਗਤ ਨੂੰ ਤੂੰ ਕੀ ਚੀਜ਼ ਆ? ਤੋ ਇਹ ਬੜਾ
ਬਹੂਤਾ ਕਿਸਮ ਦਾ ਇਸ ਗ੍ਰੰਥੀ ਨੇ ਬਿਆਨ ਦਿੱਤਾ। ਇਹਨੇ ਅਕਾਲ ਤਖਤ ਦੀ ਪੱਤ ਰੋਲੀ ਹੈ। ਇਹਨੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਤੇ ਪੰਥਕ ਜਿਹੜੀ ਪ੍ਰਣਾਲੀ ਸੀ ਉਹਦੇ ਤੇ ਕਲੰਕ ਲੱਗ ਕੇ ਇਹਨੇ ਹੋ ਨਿਬੜਿਆ ਹੈ। ਪਰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਧਾਰਮਿਕ ਮਸਲਾ ਨਾ ਤੁਸੀਂ ਬਣਾਓ। ਇਹ ਇੱਕ ਭ੍ਰਿਸ਼ਟਾਚਾਰ ਦਾ ਘਪਲੇ ਦਾ ਮਸਲਾ ਸੀਗਾ। ਧਾਰਮਿਕ ਸਜ਼ਾ ਜਿਹੜੀ ਦੇ ਦਿੱਤੀ ਗਈ ਹੈ ਸਭ ਵਿਅਕਤੀਆਂ ਨੂੰ, ਤੁਸੀਂ ਜਿਹੜੇ ਇਹਨੂੰ ਧਾਰਮਿਕ ਮਸਲਾ ਬਣਾ ਕੇ ਅੱਗੇ ਜਿਹੜਾ ਯੂਜ਼ ਕਰਨਾ ਚਾਹੁੰਦੇ ਹੋ। ਇਹ ਜਿਹੜਾ ਮਸਲਾ ਬਣਾਉਣ ਡਿਆ ਉਹ ਠੀਕ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਨੂੰ ਧਾਰਮਿਕ ਨਾ ਬਣਾਈਏ ਤੇ ਕੀ ਬਣਾਈਏ, ਰਾਸੀ ਬਣਾਈਏ? ਇਹ ਅਸੀਂ ਸਰਕਾਰ ਕੋਲੋਂ ਪੁੱਛੀਏ ਕਿੱਥੇ ਆ? ਗੁਰੂ ਗ੍ਰੰਥ ਸਾਹਿਬ ਜਿਹੜੀ ਅੱਜ ਨਹੀਂ ਮਿਲ ਰਿਹਾ, ਉਹ ਬਾਦਲ ਦੇ ਹੁਕਮ ਨਾਲ ਗਏ ਜਾਂ ਉਹਦੇ ਪੁੱਤਰ ਦੇ ਹੁਕਮ ਨਾਲ ਗਏ। ਦਿੱਤੇ ਸਕੱਤਰਾਂ ਨੇ ਜਿਹੜੀਆਂ ਸਲਿੱਪਾਂ ਦੇ ਕੇ ਮੈਨੇਜਰ ਤੋਂ ਚੁਕਵਾਏ, ਉਹਨੇ ਸਲਿੱਪਾਂ ਦੇ ਦਿੱਤੀਆਂ। ਉਹ ਸਲਿੱਪਾਂ ਇਹਦੀ ਜਾਂਚ ਦਾ ਹਿੱਸਾ ਨਹੀਂ ਬਣੀਆਂ। ਮੈਂ ਜੀ ਪਾ ਦਿੱਤੀ ਉੱਥੇ, ਕੋਈ ਪੜ੍ਹ ਲਓ। ਕਿਉਂ ਪੜ੍ਹ ਲਈਏ ਅਸੀਂ? ਤੂੰ ਜਵਾਬ ਦੇ। ਇੱਥੇ ਇੱਕ ਪ੍ਰੋਸੀਜਰ ਆ, ਇੱਕ ਸਾਰਾ ਸਿਸਟਮ ਆ। 328 ਸਰੂਪ ਜਿੱਥੇ ਗਏ ਨੇ, ਅਗਰ ਉਹ ਠੀਕ ਜਗ੍ਹਾ ਗਏ ਤਾਂ ਉਹਨਾਂ ਦਾ ਐਡਰੈਸ ਆਰਡਰ ਬੁੱਕ 'ਤੇ ਹੋਣਾ ਚਾਹੀਦਾ। ਆਰਡਰ ਬੁੱਕ 'ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾਂਦੇ ਨੇ, ਬੱਸਾਂ 'ਚ ਲੈ ਕੇ ਜਾਂਦੀ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰਾ ਜਾਂ ਕਿਸੇ ਵੀ ਸਟੇਟ 'ਚ, ਉੱਥੇ ਆਰਡਰ ਬੁੱਕ 'ਤੇ ਭਰਿਆ ਜਾਂਦਾ, ਐਡਰੈਸ ਭਰਿਆ ਜਾਂਦਾ, ਸੰਸਥਾ ਦਾ ਨਾਮ ਭਰਿਆ ਜਾਂਦਾ, ਅਕਾਊਂਟ ਨੰਬਰ ਦਿੱਤਾ ਜਾਂਦਾ, ਅਕਾਊਂਟ 'ਚ ਪੈਸੇ ਆਉਂਦੇ ਆ। ਘਪਲਾ ਕਿੱਥੇ ਆ? ਵੀ ਜੇ ਤੁਸੀਂ ਆਰਡਰ ਬੁੱਕ ਲਗਾ ਲਈ ਆ, ਲੇਜਰ ਬੁੱਕ ਲਗਾ ਲਈ ਆ, ਤੇ ਕਿਹਦੇ ਤੋਂ ਲਈਏ? ਹੋ ਕਿਹਦੇ ਤੋਂ ਮੰਗੀਏ? ਤੁਸੀਂ ਕਿਸੇ ਬੰਦਾ ਖਵਾਉਣ ਵਾਲੇ ਨੂੰ ਇਨਕੁਆਇਰੀ ਨਹੀਂ ਦਿੱਤੀ। ਉਹ ਜਿਹਨੂੰ ਕੋਈ ਜਿਹਦੀ ਮਾਂ ਨੂੰ ਮਕਾਣੇ ਨਹੀਂ ਖੜਦਾ ਉਹਨੂੰ ਇਨਕੁਆਇਰੀ ਦੇ ਦਿੱਤੀ। ਉਹ ਨਾ ਕਿਤੇ ਆਪਣੇ ਵੱਡਿਆਂ ਵਡੇਰਿਆਂ ਨੂੰ ਜਵਾਬ ਦੇ ਸੀ, ਨਾ ਪੰਥ ਨੂੰ, ਨਾ ਕੋਈ ਉਹਦਾ ਨਾਂ ਨਾ ਥੇ। ਕਦੀ ਉਹ ਐਡਵੋਕੇਟ ਆ, ਕਦੀ ਉਹ ਡਾਕਟਰ ਆ, ਕਦੀ ਉਹ ਭਾਈ ਆ। ਇਹ ਕੀ ਮਜ਼ਾਕ ਹੈਗਾ ਇਹਦਾ ਯਾਰ? ਕਾਰਨ ਕੀ ਮੰਨਦੇ ਹੋ ਤੁਸੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਗਾ ਪੂਰੀ ਦੁਨੀਆ 'ਚ ਵਸਦੀਆਂ ਸਿੱਖ ਸੰਗਤਾਂ ਵੱਲੋਂ ਇਹ ਜ਼ਿੰਮੇਵਾਰੀ ਜਿਹੜੀ ਆ ਉਹ ਸਿੱਖਾਂ ਦੀ ਸਰਮੂਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਹੈ। ਪਰ ਕਾਰਨ ਕੀ ਹੈ ਕਿ ਇਹਦੇ 'ਚ ਕੋਈ ਵੱਡੇ ਚਿਹਰੇ ਵੀ, ਵੱਡੇ ਨਾਮ ਵੀ ਇਨਵੋਲਵ ਹੋ ਸਕਦੇ ਨੇ, ਜਾਂ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਹੇਠਲੇ ਅਧਿਕਾਰੀਆਂ ਨੇ ਕਰਤਾ, ਜੇ ਗੱਲ ਇੰਨੀ ਛੋਟੀ ਹੈ? ਦੇਖੋ, ਹੇਠਲੇ ਅਧਿਕਾਰੀ ਕੋਈ 1 ਜਾਂ 2 ਜਾਂ 10 ਸਰੂਪ ਜਿਹੜੇ ਨੇ ਉਹ ਵੇਚ ਸਕਦੇ ਨੇ, ਲਿਜਾ ਸਕਦੇ ਨੇ, ਜਾਂ ਕੋਈ ਲੀਡਰ ਵੀ ਕਹਿ ਸਕਦਾ ਹੈ ਕਿ ਮੈਨੂੰ ਭਰੋਸਾ ਹੈ ਕਿ ਇਹ ਸਿੱਖ ਬਹੁਤ ਚੰਗੇ ਨੇ, ਇਹਨਾਂ ਨੂੰ ਦੇ ਦਿਓ ਸਰੂਪ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ 328 ਸਰੂਪ ਕੋਈ ਮਹਿਣਾ ਰੱਖਦੇ ਨੇ। ਔਰ 2015 ਤੋਂ ਲੈ ਕੇ 2020 ਤੱਕ ਦੀ ਜਿਹੜੀ ਇਨਕੁਆਇਰੀ ਦਿੱਤੀ, ਉਸ ਇਨਕੁਆਇਰੀ 'ਚ ਆਏ ਨਹੀਂ, ਉਹ ਇਨਕੁਆਇਰੀ ਨਹੀਂ ਹੋਈ। ਜਿਹੜੀ ਇਨਕੁਆਇਰੀ 12 ਤੋਂ ਲੈ ਕੇ 15 ਤੱਕ ਦੀ ਜਿਹੜੀ ਕਮੇਟੀ ਆਪ ਚੁੱਕੀ, ਉਹਦੀ ਰਿਪੋਰਟ ਛਾਪ ਕੇ ਉਹ ਇਨਕੁਆਇਰੀ 'ਚ ਵਾੜਤੀ। ਤੋ ਇਹ ਸਾਰਾ ਕੁਛ ਜਿਹੜਾ ਨਾ ਆਪਣੇ ਆਪ 'ਚ ਹੀ ਘਪਲਾ ਹੈ ਬੰਦਾ। ਜਿਹੜਾ ਕਹਿ ਰਿਹਾ ਨਾ ਘਪਲਾ ਹੋ ਗਿਆ, ਬਹੁਤ ਵੱਡਾ ਘਪਲਾ, ਇਹ ਆਪਣੇ ਆਪ 'ਚ ਹੀ ਘਪਲਾ ਹੈ ਬੰਦਾ। ਅਤੇ ਇਹ ਘਪਲਾ ਜਿਹੜਾ ਹੈ ਗੁਰੂ ਘਰ 'ਚੋਂ ਬਾਹਰ ਹੋਣਾ ਚਾਹੀਦਾ। ਤੋ ਇਹ ਜਿਹੜੇ ਸਰੂਪ ਗਏ ਨੇ, ਅਸੀਂ ਥਾਂ ਦੇਖਦੇ ਹਾਂ ਕਿਸ ਤਰ੍ਹਾਂ ਬੇਅਦਬੀ ਹੋ ਰਹੀ ਹੈ। ਇਹ ਕਿੱਥੋਂ ਆ ਰਹੇ ਨੇ? ਇਹਨਾਂ ਲੈ ਕਿੱਥੋਂ ਨੇ? ਤੇ ਅੱਜ ਕਹਿੰਦਾ ਇੰਨੇ ਗੁਟਕੇ ਛਾਪ ਗਏ, ਕੋਈ ਕਿਸੇ ਤੋਂ ਹਿਸਾਬ ਲੈਂਦਾ, ਕੋਈ ਕਿਸੇ ਤੋਂ। ਪਰ ਤੂੰ ਸੰਸਥਾ ਦੇ ਵਿੱਚ ਬੈਠਾ, ਸੰਸਥਾ ਜੇ ਤੇਰਾ ਹਿਸਾਬ ਕਿਤਾਬ ਆ, ਤੇਰੇ ਦਿਨਾਂ ਦਾ ਹਿਸਾਬ ਕਿਤਾਬ, ਤੇਰੇ ਦਿਹਾੜੀਆਂ ਗਿਣ ਕੇ ਤੈਨੂੰ ਪੈਸੇ ਦਿੱਤੇ ਜਾਂਦੇ, ਤੇ ਗੁਰੂ ਗ੍ਰੰਥ ਸਾਹਿਬ ਦਾ ਹਿਸਾਬ ਅਸੀਂ ਕਿਉਂ ਨਹੀਂ ਪੁੱਛ ਸਕਦੇ? ਤੋ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਏ ਨੇ, ਇਹ ਬਾਦਲ ਦੇ ਹੁਕਮ ਨਾਲ ਕਿਸੇ ਨਜਾਇਜ਼ ਬੰਦੇ ਕੋਲ ਗਏ ਨੇ, ਜਿਨ੍ਹਾਂ ਨੂੰ ਇਹ ਲੋੜ ਸੀ। ਕਿਉਂਕਿ ਇੱਕ ਸਮਾਂ ਆਇਆ ਸੀ ਜਦੋਂ ਪੰਥ 'ਚੋਂ ਛੇਕਣ ਤੋਂ ਬਾਅਦ ਉਹਨਾਂ ਨੂੰ ਕੋਈ ਵੜ ਨਹੀਂ ਸੀ ਦਿੰਦਾ ਗੁਰਦੁਆਰੇ। ਮਰਨਾ ਪਰਨਾ ਜਿਹੜਾ ਜਿਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਹੁੰਦਾ ਸੀ, ਉਹਨਾਂ ਨੂੰ ਇਹ ਦਿੱਤੇ ਖੁਸ਼ ਕਰਨ ਲਈ। ਇਹੀ ਵਜ੍ਹਾ ਹੈ ਕਿ ਤੁਸੀਂ ਲਗਾਤਾਰ ਦਬਾਅ ਪਾਉਣ ਦੇ ਬਾਵਜੂਦ ਵੀ ਉਹ ਸਰੂਪ ਜਿਹੜੇ ਆ ਕਿੱਥੇ ਗਏ ਇਹਦਾ ਐਡਰੈਸ ਨਹੀਂ ਦੇ ਪਾ ਰਹੇ। ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਫੌਜਦਾਰੀ ਕੇਸ ਦਰਜ ਕਰਕੇ ਜਿਹੜੇ ਵੀ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਨੇ ਕਿ ਜਾਂਚ ਪੁਲਿਸ ਨੂੰ ਦਿੱਤੀ ਜਾਂਦੀ? ਇੱਕ ਤਾਂ ਸ਼ੁਰੂ ਤੋਂ ਹੀ ਇਹੀ ਡਿਮਾਂਡ ਸੀਗੀ, ਕਿਉਂਕਿ ਕਦੀ ਵੀ ਕੋਈ ਇਨਕੁਆਇਰੀ ਹੋਣੀ ਆ, ਅਗਰ ਤੁਸੀਂ ਸਮਝਦੇ ਹੋ ਕਿ ਅਸੀਂ ਗੁਰਦੁਆਰੇ 'ਚ ਪੁਲਿਸ ਨਹੀਂ ਆਉਣ ਦੇਣੀ, ਦਫ਼ਤਰ 'ਚ ਪੁਲਿਸ ਨਹੀਂ ਆਉਣ ਦੇਣੀ, ਜਦ ਕਿ ਤੁਸੀਂ ਸੌਂਦੇ ਪੁਲਿਸ ਦੇ ਨਾਲ ਹੋ। ਪੁਲਿਸ ਤੋਂ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਂਦੀ, ਮੌਤ ਦੇਖਦੀ ਆ। ਪੁਲਿਸ ਹਰੇਕ ਦਫਾ, ਹਰੇਕ ਜਗ੍ਹਾ, ਹਰੇਕ ਟਾਈਮ 'ਤੇ ਤੁਹਾਡੇ ਨਾਲ ਸਾਏ ਦੀ ਤਰ੍ਹਾਂ ਬੈਠੀ ਆ। ਅੱਜ ਮਾਂ ਮਰੀ ਪਈ ਆ ਮਜੀਠੀਏ ਦੀ, ਉਹ ਤੋਂ ਕਮਾਂਡੋ ਵਾਪਸ ਲੈ ਲਿਆ, ਤੇ ਉਹ ਪੁਲਿਸ ਚੰਗੀ ਆ? ਤੋ ਅਸੀਂ ਇਹ ਚਾਹੁੰਦੇ ਸੀਗੇ ਕਿ ਇਨਕੁਆਇਰੀ ਹੋਵੇ ਉਸ ਏਜੰਸੀ ਕੋਲੋਂ, ਉਸ ਧਿਰ ਕੋਲੋਂ, ਜਿਹੜੀ ਧਿਰ ਇਹਨਾਂ ਨੂੰ ਪੁੱਛ ਸਕੇ
ਕਹਿ ਸਕੇ ਕਿ ਆ ਜਿਹੜੀਆਂ ਸਲਿੱਪਾਂ ਤੁਸੀਂ ਉਹ ਮੈਨੇਜਰ ਕੋਲੋਂ ਖੋਹ ਕੇ ਜੇਬ 'ਚ ਪਾਈਆਂ ਉਹ ਸਾਨੂੰ ਦਿਓ। ਅਸੀਂ ਇਹਨਾਂ ਮੈਨੇਜਰਾਂ ਨੂੰ, ਸਕੱਤਰਾਂ ਨੂੰ ਪੁੱਛੀਏ ਕਿ ਤੁਹਾਨੂੰ ਕਿਹਦਾ ਆਰਡਰ ਆਇਆ ਸੀ ਇਹ ਤੁਸੀਂ ਸਰੂਪ ਚੁਕਵਾਏ। ਜਿਹੜੀ ਲੇਜ਼ਰ ਬੁੱਕ ਇਹਨਾਂ ਲੁਕਾਈ ਆ, ਜਿਹੜੀ ਆਰਡਰ ਬੁੱਕ ਲੁਕਾਈ ਆ, ਉਹ ਕੋਈ ਧਿਰ ਹੁੰਦੀ, ਕੋਈ ਏਜੰਸੀ ਹੁੰਦੀ, ਉਹਨਾਂ ਨੂੰ ਬਿਠਾ ਕੇ ਪੁੱਛ ਲੈਂਦੀ। ਸਿੰਘ ਸਾਹਿਬ ਕਿਹੜੀ ਏਜੰਸੀ ਜਿਹੜੀ ਹੋ ਸਕਦੀ ਹੈ? ਦੇਖੋ ਜੀ, ਇਹ ਮੈਂ ਤੇ ਕਹਿੰਦਾ ਕਿ ਚੰਗਾ ਜਸਟਿਸ, ਰਿਟਾਇਰ ਜਸਟਿਸ ਹੁੰਦਾ ਬਹੁਤ ਵਧੀਆ ਸੀ, IAS ਅਫਸਰ ਵੀ ਹੋ ਸਕਦਾ ਸੀ। ਜਿਹੜੇ ਬੰਦੇ ਨੂੰ ਢੰਗ ਆ, ਤਰੀਕਾ ਆ, ਜੇ ਨਹੀਂ ਉਹ ਦਿੰਦੇ ਤੇ ਉਹ ਪ੍ਰੈਸ ਨੂੰ ਕਹਿ ਸਕਦਾ ਕਿ ਇਹ ਪਾਪੀ ਆਦਮੀ ਹੈ, ਇਹ ਝੂਠੇ ਆਦਮੀ ਹੈ, ਇਹ ਇਨਕੁਆਇਰੀ 'ਚ ਟੰਗ ਅੜਾਉਂਦੇ ਪਏ। ਕੋਈ ਵੀ ਹੋ ਸਕਦਾ। ਸਾਡੇ ਕੋਲ ਰਿਟਾਇਰ ਸਿੱਖ ਅਫਸਰ, ਪੁਲਿਸ ਦੇ ਜਰਨੈਲ, ਫੌਜ ਦੇ ਬੈਠੇ ਨੇ। ਇਹ ਗੁਰੂ ਘਰ ਲਈ ਇਹ ਮਾਣ ਮਹਿਸੂਸ ਕਰਦੇ ਨੇ, ਉਹਨਾਂ ਨੂੰ ਕੰਮ ਦਈਏ ਤੇ ਕਿਉਂ ਨਹੀਂ ਕਰਵਾਇਆ? ਇਹਨੂੰ ਇਹੀ ਲੱਭਾ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚੋਂ ਇੱਕ ਹੈਦਰਾਬਾਦੀ ਸਿੱਖ ਲੱਭਾ ਇਨਕੁਆਇਰੀ ਕਰਾਉਣ ਲਈ। ਤੋ ਇਹ ਝੂਠ ਬੋਲ ਰਿਹਾ। ਇਹ ਆਪਣੇ ਆਕਾ ਦੀ ਜਾਨ ਬਚਾਉਂਦਾ ਪਿਆ। ਆਕਾ ਦੀ ਜਾਨ 20 ਵਾਰੀ ਬਚਾਵੇ, ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਕੁਰਬਾਨ ਨਾ ਕਰੇ। ਸਾਡਾ ਸਾਰਾ ਕੁਝ ਉਹੀ ਆ। ਇਹ ਜਿਹੜੇ ਦਬਕੇ ਦੁਬਕੇ ਮਾਰਦਾ, ਕਿਸੇ ਹੋਰ ਨੂੰ ਮਾਰੇ। ਇਸ ਬੰਦੇ ਨੂੰ ਨਹੀਂ ਪਤਾ ਜ਼ਿੰਦਗੀ ਕੀ ਚੀਜ਼ ਆ ਤੇ ਜ਼ਿੰਦਗੀ ਦੇ ਉਤਰਾਅ ਚੜਾਓ ਕੀ ਚੀਜ਼ ਨੇ। ਇਹਨੇ ਬੈਠੇ ਨੇ, ਖਾਧੀਆਂ ਨੇ, ਤੇ ਇਹ ਭੁੱਲ ਜਾਵੇ ਕਿਤੇ ਕਿ ਅਸੀਂ ਇਹ ਤੋਂ ਡਰ ਜਾਵਾਂਗੇ, ਤੋਂ ਪੁੱਛਾਂਗੇ। ਅਸੀਂ ਇਸ ਦਾ ਹਿਸਾਬ ਲੈ ਕੇ ਰਹਾਂਗੇ। ਪਰ ਉਹ ਇੱਕ ਗੱਲ ਹੋਰ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਕਿ ਅਸੀਂ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ। ਰਿਪੋਰਟ ਕਿਸ ਤਰ੍ਹਾਂ ਕਰਤਾ? ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਮੈਂ ਤੁਹਾਨੂੰ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜਦੋਂ ਜਾਂਦੇ ਨੇ, ਲੇਜ਼ਰ ਬੁੱਕ 'ਚ ਉਹਦੀ ਐਂਟਰੀ ਹੁੰਦੀ ਆ, ਆਰਡਰ ਬੁੱਕ 'ਤੇ ਉਹਦਾ ਭਰਿਆ ਜਾਂਦਾ ਹੈ ਕਿ ਇਸ ਜਗ੍ਹਾ ਅਸੀਂ ਇੰਨੇ ਸਰੂਪ ਭੇਜ ਰਹੇ ਹਾਂ, ਇਹਨਾਂ ਦੀ ਇੰਨੀ ਮਾਇਆ ਬਣਦੀ, ਇਹ ਵਾਪਸ ਸਾਡੇ ਅਕਾਊਂਟ ਦੇ ਵਿੱਚ ਆ ਜਾਵੇ। ਅਤੇ ਉਹ ਲੇਜ਼ਰ ਬੁੱਕ 'ਤੇ, ਆਰਡਰ ਬੁੱਕ 'ਤੇ ਆਰਡਰ ਪਿਆ ਹੁੰਦਾ, ਉੱਥੇ ਸੰਸਥਾ ਦਾ ਨਾਂ ਹੁੰਦਾ। ਉਹ ਦਿਖਾਓ ਸਾਨੂੰ। ਤੁਸੀਂ ਉਹ ਇਨਕੁਆਇਰੀ 'ਚ ਹੀ ਨਹੀਂ ਲੈਂਦੀ। ਉਹ ਫਿਰ ਜਿਹੜੇ 200 ਸਰੂਪ ਪੁਰਾਤਨ ਨਹੀਂ ਮਿਲ ਰਹੇ, ਉਹਦੀਆਂ ਐਂਟਰੀਆਂ ਹੋਈਆਂ ਰਜਿਸਟਰਾਂ 'ਚ, ਉਹ ਰਜਿਸਟਰ ਲਗਾ ਲਏ ਨੇ। ਜਿਹੜੀ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਆ, ਉਹਦੇ ਰਜਿਸਟਰ ਜਿਨ੍ਹਾਂ 'ਚ ਉਹ ਸਾਰਾ CBI ਵੱਲੋਂ ਵਾਪਸ ਆਇਆ ਸਮਾਨ ਚੜ੍ਹਿਆ ਹੋਇਆ ਸੀ, ਐਂਟਰੀਆਂ ਹੋਈਆਂ ਸੀ, ਇੰਦਰਾਜ ਹੋਏ ਸੀ, ਉਹ ਰਜਿਸਟਰ ਨਹੀਂ ਲੱਭ ਰਿਹਾ, ਲੁਕਾ ਲਏ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਵੀ ਇੱਕ ਵੱਡਾ ਮੁੱਦਾ, ਕਿਉਂਕਿ ਉਹ ਸਾਡਾ ਪੁਰਾਤਨ ਖਜ਼ਾਨਾ ਹੈਗਾ, ਤਾਂ ਉਸ ਨੂੰ ਲੈ ਕੇ ਵੀ ਸ਼੍ਰੋਮਣੀ ਕਮੇਟੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਰਹੀ। ਮੈਂ ਉਹੀ ਕਹਿ ਰਿਹਾ ਕਿ ਇਹਨਾਂ ਨੇ 100 ਸਾਲਾ ਬਣਾਇਆ, 100 ਸਾਲਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਹਿਸਾਬ ਦੇ ਦਿੰਦੀ ਤੇ ਇਹ ਸ਼ਾਇਦ ਇਹ ਸੁਰਖਰੂ ਹੋ ਜਾਂਦਾ, ਇਹਨਾਂ ਦਾ ਭਾਰ ਹੌਲਾ ਹੋ ਜਾਂਦਾ। ਕਿਉਂਕਿ ਅਸੀਂ ਇਹੋ ਕੁਛ ਤੇ ਬਚਾਇਆ ਸੀ ਸਦੀਆਂ ਤੋਂ, ਜਿਹੜਾ ਅੱਜ ਇਹ ਜਵਾਬ ਨਹੀਂ ਦੇ ਰਹੇ। ਇਹਨਾਂ ਨੇ ਕਿਹੜੀ ਏਜੰਸੀ ਨੂੰ ਦਿੱਤਾ ਸਾਨੂੰ ਦੱਸ ਨਹੀਂ ਰਹੇ। ਕਿਉਂਕਿ ਇੱਕ ਜਾਂ 2 ਸਰੂਪ ਜਾਂ 4 ਸਰੂਪ ਚੋਰੀ ਹੋ ਸਕਦੇ ਆ, ਇਹ ਪੂਰੇ ਦਾ ਪੂਰਾ ਖਜ਼ਾਨਾ ਸਾਫ਼ ਨਹੀਂ ਹੋ ਸਕਦਾ। ਕਿਹਨੂੰ ਦਿੱਤੇ ਹੋ ਸਕਦੇ? ਇਹ ਬਾਦਲ ਜਾਂ ਉਹਦਾ ਪੁੱਤਰ ਦੱਸ ਸਕਦਾ, ਅਸੀਂ ਨਹੀਂ ਦੱਸ ਸਕਦੇ। ਅਸੀਂ ਤਾਂ ਪੁੱਛ ਰਹੇ ਕਿਹਨੂੰ ਦਿੱਤੇ, ਦੱਸੋ ਸਾਨੂੰ, ਕਿੱਥੇ ਗਏ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੈਸਾ ਤੇ ਤੁਸੀਂ ਕਿ ਮੁਲਾਜ਼ਮ ਨੂੰ ਨਹੀਂ ਖਾਣ ਦਿੰਦੇ। ਗੋਲਕ ਦੇ ਵਿੱਚੋਂ ਜਾਂ ਕਿਤੋਂ 5 ਰੁਪਏ ਕੋਈ ਸੇਵਾਦਾਰ ਕੱਢ ਲਏ ਜਾਂ 10 ਰੁਪਏ ਕੱਢ ਲਏ ਜਾਂ 500, ਤੇ ਉਹਨੂੰ ਤੇ ਸਸਪੈਂਡ ਕਰ ਦਿੰਦੇ ਹੋ। ਉਹ ਤੁਹਾਨੂੰ ਪਤਾ ਲੱਗ ਜਾਂਦਾ ਇਹ ਏਡੇ ਵੱਡਾ ਆਕਾਰ ਦੇ ਵਿੱਚ ਏਡਾ ਵੱਡਾ ਖਜ਼ਾਨਾ ਜਿਹੜਾ ਟਰੱਕ ਤੇ ਆਉਂਦਾ ਉਹ ਕਿੱਥੇ ਗਾਇਬ ਹੋ ਗਿਆ? ਤੁਸੀਂ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦੇ ਕੇ ਦਿੱਤਾ, ਕਿਹਾ ਉਹਨਾਂ ਨੇ, CBI ਨੇ, ਡਿਫੈਂਸ ਮਿਨਿਸਟਰੀ ਨੇ, ਤੁਸੀਂ ਕਿਉਂ ਨਹੀਂ ਕਹਿੰਦੇ ਕਿ ਸਾਨੂੰ ਨਹੀਂ ਮਿਲਿਆ? ਜੇ ਨਹੀਂ ਮਿਲਿਆ ਤੇ ਦੱਸੋ ਨਹੀਂ ਮਿਲਿਆ, ਕੋਰਟ ਦੇ ਵਿੱਚ ਲਿਖ ਕੇ ਦਿਓ। ਕੋਰਟ ਦੇ ਵਿੱਚ ਤੁਸੀਂ ਕਹਿ ਰਹੇ ਅਸੀਂ ਕਮੇਟੀ ਬਣਾਈ ਹੈ ਜੀ, ਕਮੇਟੀ ਲੱਭ ਰਹੀ ਹੈ। ਤੇ ਤੁਹਾਨੂੰ ਕਾਲੇ ਚਸ਼ਮੇ ਲੱਗੇ ਸੀ ਜਦੋਂ ਤੁਸੀਂ ਲਿਆ ਸੀ ਇਹ ਖਜ਼ਾਨਾ, ਤੁਹਾਨੂੰ ਪਤਾ ਨਹੀਂ ਲੱਗਾ ਕਿੱਧਰ ਚਲੇ ਗਿਆ। ਸਿੰਘ ਸਾਹਿਬ, ਤੁਹਾਡੇ ਬੜੇ ਵਾਜਬ ਸਵਾਲ ਨੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਮਸਲਾ ਹੈਗਾ ਤਾਂ ਸਵਾਲ ਹਰ ਸਿੱਖ ਨੂੰ ਜਿਹੜਾ ਪੁੱਛਣਾ ਬਣਦਾ ਹੈਗਾ। ਪਰ ਗਿਆਨੀ ਹਰਪ੍ਰੀਤ ਸਿੰਘ ਹੋਣ ਜਾਂ ਗੋਬਿੰਦ ਸਿੰਘ ਲੌਂਗੋਵਾਲ ਹੋਣ, ਉਹ ਇਹ ਕਹਿੰਦੇ ਆ ਕਿ ਇੱਕ ਬਰਾਬਰ ਪੈਰਲਲ ਜਿਹੜੀ ਧਿਰ ਚੱਲ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਹੀ ਹੈਗੀ। ਜਦੋਂ ਤੁਸੀਂ ਐਸੀ ਬਿਆਨਬਾਜ਼ੀ ਕਰਦੇ ਹੋ ਤਾਂ ਉਹ ਸਿੱਧੇ ਢੰਗ ਦੇ ਨਾਲ ਨਿਸ਼ਾਨਾ ਸਾਧਦੇ ਆ ਕਿ ਸਰਕਾਰ ਵੀ ਖਤਮ ਕਰਨਾ ਚਾਹੁੰਦੀ ਹੈ ਸ਼੍ਰੋਮਣੀ ਕਮੇਟੀ ਨੂੰ, ਤੇ ਤੁਸੀਂ ਉਹਨਾਂ ਦੇ ਕੰਮਕਾਜ ਤੇ ਜਿਹੜਾ ਸਵਾਲ ਨਿਸ਼ਾਨ ਮੈਂ ਕਹੇ ਇਹ ਤੇ ਭਾਈ ਸਾਹਿਬ ਉਹਨਾਂ ਨੂੰ ਤਕਲੀਫ ਹੋਣੀ ਆ, ਅੱਜ ਨਹੀਂ ਤੇ 2 ਮਹੀਨਿਆਂ ਨੂੰ, 10 ਮਹੀਨਿਆਂ ਨੂੰ ਹੋਣੀ ਆ। ਇਹ ਹੁਣ ਜ਼ਿਆਦਾ ਦੇਰ ਨਹੀਂ ਹੈਗੀ, ਇਹ ਤਕਲੀਫ ਉਹਨੂੰ ਹੋਣੀ ਆ। ਲੇਕਿਨ ਗੁਰੂ ਗ੍ਰੰਥ ਸਾਹਿਬ ਕਿੱਥੇ, ਇਹ ਤੇ ਦੱਸ ਦੇ। ਗੁਰੂ ਗ੍ਰੰਥ ਸਾਹਿਬ ਜਿਹੜੇ ਅਸੀਂ ਪੁੱਛ ਰਹੇ ਹਾਂ, ਜਿਹੜਾ ਅਸੀਂ ਬਹਾਨਾ ਬਣਾ ਰਹੇ ਹਾਂ, ਅਸੀਂ ਇਹ ਝੂਠਾ ਬਹਾਨਾ ਸੱਚਾ, ਇਹਦਾ ਕਲੀਅਰ ਕਰ ਦੇਵੇ ਸਿੱਖ ਸੰਗਤ ਨੂੰ, ਤੇ ਆਪੇ ਲੋਕੀ ਸਮਝ ਜਾਣਗੇ ਵੀ ਇਹ ਸਟੰਟ ਸੀ। ਸਾਡੀ ਪੇਨ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਨੇ, ਜਿਹੜੇ ਸਰੂਪਾਂ ਨੇ ਅੱਗੇ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ 'ਚ ਸੁਧਾਈ ਕਰਨੀ ਹੋਵੇ ਤੇ ਅਗਵਾਈ ਦੇਣੀ ਹੈ।
ਹੋਰ ਸਾਡੇ ਕੋਲ ਕੁਛ ਨਹੀਂ ਹੈਗਾ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੁਧਾਈ ਕਰਨ ਲਈ ਇੱਕ ਟੀਮ ਬੈਠੂਗੀ ਤੇ ਅਸੀਂ ਇਹਦੀ ਕਬਰ ਖੋਦ ਕੇ ਲਿਆਵਾਂਗੇ ਬਾਦਲ ਦੀ ਵਿੱਚੋਂ, ਆ ਕੇ ਦੱਸ ਸਾਨੂੰ ਵੀ ਅਸੀਂ ਕਿਹੜਾ ਸਰੂਪ ਠੀਕ ਹੈ ਕਿਹੜਾ ਗਲਤ ਹੈ। ਇਹ ਪੁਰਾਤਨ ਸਰੂਪਾਂ ਨੇ ਸੁਧਾਈ ਕਰਨੀ ਸੀ। ਬੜੇ ਕੀਮਤੀ 63 ਜਾਂ 64 ਸਰੂਪ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦੇ, ਜਿਹੜੇ ਨਹੀਂ ਮਿਲ ਰਹੇ। 200 ਤੋਂ ਜ਼ਿਆਦਾ 2 ਦਸਮ ਗ੍ਰੰਥ ਤੇ 28 ਹੁਕਮਨਾਮੇ ਗੁਰੂ ਸਾਹਿਬਾਂ ਦੇ ਹੱਥ ਲਿਖਤ ਅਸਲ, ਜਿਹੜੇ CBI ਨੇ ਇੱਕ ਇੱਕ ਕਰਕੇ, ਪੁਲਿਸ CBI ਨੇ, ਫੌਜ ਨੇ ਇੱਕ ਇੱਕ ਕਰਕੇ ਲਿਸਟ ਬਣਾਈ, ਉਹਨਾਂ ਦੀ ਅਹਿਮੀਅਤ ਦੱਸੀ ਤੇ ਉਹਨਾਂ ਨੂੰ ਸੰਭਾਲ ਕੇ ਰੱਖਿਆ, ਤੇ ਸੰਭਾਲ ਕੇ ਰੱਖਣ ਤੋਂ ਬਾਅਦ ਵਾਪਸ ਕੀਤੇ ਕੋਰਟ ਦੇ ਥਰੂ, ਕੋਰਟ ਨੂੰ ਵਿੱਚ ਇਨਵੋਲਵ ਕਰਕੇ। ਫਿਰ ਜਦੋਂ ਇਹਨਾਂ ਨੂੰ ਸੌਂਪੇ ਤੇ 4 ਸੈਕਟਰੀਆਂ ਦੇ ਸਾਈਨ ਲਏ ਉਹਨਾਂ ਨੇ। ਇਹ ਉਹਨਾਂ ਨੂੰ ਪਤਾ ਸੀ ਕਿ ਸਿੱਖ ਕੌਮ ਦਾ ਬੜਾ ਬੇਸ਼ਕੀਮਤ ਸਰਮਾਇਆ, ਅਸੀਂ ਇਹ ਜੇ ਗੁੰਮ ਹੋ ਜਾਂਦਾ ਜਾਂ ਇਹ ਖਰਾਬ ਹੋ ਜਾਂਦਾ ਤੇ ਅਸੀਂ ਦੇਣ ਨਹੀਂ ਦੇ ਪਾਵਾਂਗੇ। ਲੇਕਿਨ ਸਾਡਿਆਂ ਦਾ ਕੀ ਹਾਲ ਹੈ? ਇਹ ਗ੍ਰੰਥੀ ਜਿਹੜਾ ਜਾਂ ਇਹ ਜਿਹੜਾ ਆਰੋਪ ਲਾਉਂਦਾ ਸਾਡੇ ਤੇ ਕਿ ਸਰਕਾਰ ਸਰਕਾਰਾਂ ਨੂੰ ਚਿੰਤਾ ਹੀ ਇਹ ਆ ਕਿ ਬਾਦਲ ਦੀ ਕਮੇਟੀ ਨਾ ਚਲੀ ਜਾਵੇ। ਸਰਕਾਰਾਂ ਨੂੰ ਚਿੰਤਾ ਹੋਰ ਕੋਈ ਨਹੀਂ। ਕਿਹੜੀ ਸਰਕਾਰ ਹੈ ਜਿਹਨੇ ਸਰਕਾਰ ਨੇ ਇਹ ਤੋਂ ਖੋਹ ਕੇ ਕਮੇਟੀ ਕਿਸੇ ਹੋਰ ਨੂੰ ਦਿੱਤੀ ਹੋਵੇ? ਅਜੇ ਤੱਕ ਤੇ ਇਹਨੂੰ ਦਿੰਦੀਆਂ ਆਈਆਂ। ਹੁਣ ਜੇ ਇਹਦੀ ਟੁੱਟ ਗਈ ਆ ਭਾਜਪਾ ਨਾਲ, ਤੇ ਇਹਨੂੰ ਡਰ ਲੱਗਣ ਲੱਗ ਪਿਆ ਕਿ ਮੈਂ ਜਿਹੜੀਆਂ ਚੋਰ ਮੋਰੀਆਂ ਥਾਣੀ ਜਿੱਤਦਾ ਹੁੰਦਾ ਸੀ ਉਹ ਹੁਣ ਜਿੱਤਿਆ ਨਹੀਂ ਜਾਣਾ। ਹੁਣ ਸਿੱਖ ਜਾਗ ਪਏ ਨੇ। ਉਹ ਤਕਲੀਫ ਇਹਦੀ ਵਾਜਬ ਆ, ਜਾਇਜ਼ ਆ। ਉਹ ਤਕਲੀਫ ਲਈ ਆਪਣਾ ਇਲਾਜ ਕਰਵਾਵੇ, ਸਰਕਾਰ ਨਾਲ ਯਾਰੀ ਗੰਢ ਲਵੇ, ਲੇਕਿਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਵੇ, ਉਹਨਾਂ ਦੀ ਜਾਣਕਾਰੀ ਦੇਵੇ ਕਿੱਥੇ ਆ। ਜੇ ਤੁਸੀਂ ਇਮਾਨਦਾਰ ਹੋ ਤੇ FIR ਲਿਖਾਓ। FIR ਲਿਖਾ ਕੇ ਕਹੋ ਕਿ ਸਰੂਪ ਇੱਥੇ ਲਿਆ ਕੇ ਅਸੀਂ ਰੱਖੇ ਸੀ, ਇਹ ਬੰਦੇ ਇੰਚਾਰਜ ਰਹੇ, ਇਹ ਬੰਦੇ ਸਕੱਤਰ ਰਹੇ, ਪੁਲਿਸ ਆਪੇ ਪੁੱਛੇ ਉਹਨਾਂ ਨੂੰ। ਨਹੀਂ, ਉਹ ਤਾਂ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਾਡੇ ਵੱਲੋਂ ਸੰਗਤਾਂ ਦਾ ਪ੍ਰੈਸ਼ਰ ਹੀ ਬਹੁਤ ਆ ਕਿ ਪੁਲਿਸ ਨਹੀਂ ਇਨਵੋਲਵ ਕਰਨੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਅਪਮਾਨਤਾ ਹੁੰਦੀ ਆ ਫਤਿਹਗੜ੍ਹ 'ਚ ਜਾਂ ਬਰਗਾੜੀ 'ਚ, ਉਦੋਂ ਲੋੜ ਹੁੰਦੀ ਪੁਲਿਸ ਦੀ। ਇਹ ਪੁਲਿਸ ਕਿਤੇ ਪਾਕਿਸਤਾਨ 'ਚੋਂ ਨਹੀਂ, ਸਾਡੇ ਭਰਾ ਨੇ ਬੈਠੇ ਜਿਹੜੇ ਬੈਠੇ ਨੇ, ਤੇ ਇਹਨਾਂ ਨੂੰ ਡਰ ਆਪਣਾ ਹੈ। ਜਦੋਂ ਤੁਸੀਂ ਪੁਲਿਸ ਨੂੰ 24 ਘੰਟੇ ਸਾਏ ਦੀ ਤਰ੍ਹਾਂ ਆਪਣੇ ਨਾਲ ਰੱਖਦੇ ਹੋ, ਤੁਹਾਡਾ ਗੇਟ ਖੇਡਦਾ ਤੇ ਪੁਲਿਸ ਅਫਸਰ ਖੋਲ੍ਹਦਾ, ਪਹਿਲਾਂ ਤਲਾਸ਼ੀ ਲੈਂਦਾ ਤੇ ਪੁਲਿਸ ਅਫਸਰ ਲੈਂਦਾ, ਉਦੋਂ ਪੁਲਿਸ ਅਫਸਰ ਠੀਕ ਹੁੰਦੇ, ਪਵਿੱਤਰ ਹੁੰਦੇ। ਤੁਹਾਡੀ ਰਖਵਾਲੀ ਲਈ ਪੁਲਿਸ ਠੀਕ ਆ, ਗੁਰੂ ਗ੍ਰੰਥ ਸਾਹਿਬ ਦੀ ਰਖਵਾਲੀ ਨਹੀਂ। ਇੱਥੇ ਕੈਨੇਡਾ ਦੀ ਪੁਲਿਸ ਪਰਿਕਰਮਾ ਕਰਦੀ ਹੈ, ਜਾ ਕੇ ਅਮਰੀਕਾ ਦੀ ਪੁਲਿਸ ਪਰਿਕਰਮਾ ਕਰਦੀ ਗੁਰਦੁਆਰੇ ਦੀ, ਮੱਥਾ ਟੇਕਦੀ ਵਰਦੀਆਂ ਪਾ ਕੇ, ਤੇ ਇਹ ਪੁਲਿਸ ਵਾਲਿਆਂ ਨੂੰ ਸਮਝਦੇ ਵੀ ਇਹ ਸਾਡੇ ਅੰਦਰ ਨਾ ਵੜਨ। ਕੋਈ ਕਰਮ ਕਿਉਂ ਕਰਦੇ ਹੋ? ਡਰ ਆ ਕਿ ਸਾਡੇ ਪਾਪ ਸਾਹਮਣੇ ਆ ਜਾਣਗੇ। ਜੇ ਤੁਹਾਨੂੰ ਪੁਲਿਸ ਦਾ ਇੰਨਾ ਡਰ ਆ ਤੇ ਤੁਹਾਨੂੰ 2008 ਤੋਂ ਹਾਈ ਕੋਰਟ ਪੁੱਛ ਰਿਹਾ ਕਿ ਕਿੱਥੇ ਗਿਆ ਸਮਾਨ, ਦੱਸੋ, ਤੇ ਕਿਉਂ ਨਹੀਂ ਦੱਸ ਰਹੇ ਤੁਸੀਂ? ਮਹੀਨਾ, 2 ਮਹੀਨੇ, 10 ਮਹੀਨੇ, ਸਾਲ, 2 ਸਾਲ, 2008 ਤੋਂ 2020 ਆ ਗਿਆ, ਇਹ ਜਵਾਬ ਨਹੀਂ ਦੇ ਰਹੇ। ਤਾਂ ਅਸੀਂ ਕਿੰਨੀ ਦੇਰ ਵੇਟ ਕਰੀਏ? ਇਹੀ ਦੱਸ ਦੇ, ਇਹ ਜਥੇਦਾਰ ਹੀ ਦੱਸ ਦੇ। ਜਥੇਦਾਰ ਇਮਾਨਦਾਰੀ ਨਾਲ, ਇਹ ਜਿਹੜਾ ਹਰਪ੍ਰੀਤ ਸਿੰਘ ਤੇ ਲੌਂਗੋਵਾਲ ਇਮਾਨਦਾਰੀ ਨਾਲ ਪ੍ਰੈਸ ਕਾਨਫਰੰਸ ਕਰਨ, ਜਿੱਥੇ ਕਹਿਣ ਮੈਂ ਆ ਜਾਊਂਗਾ, ਮੇਰੀ ਗੱਲਾਂ ਦਾ ਜਵਾਬ ਦੇ ਦੇਣ ਪ੍ਰੈਸ ਨੂੰ, ਤੇ ਪ੍ਰੈਸ ਆਪਣੇ ਆਪ ਝੂਠਾ ਕਰ ਦੂਗੀ। ਅਸੀਂ ਝੂਠੇ ਹੋਵਾਂਗੇ ਤੇ ਆਪਣੇ ਆਪ ਝੂਠੇ ਹੋ ਜਾਵਾਂਗੇ। ਤੁਸੀਂ ਗੱਲਬਾਤ ਕਰਨ ਲਈ ਗਏ ਵੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਕੋਈ ਆਇਆ? ਇਹ ਚੂਹੇ ਬਣ ਗਏ, ਖੁੱਡਾਂ 'ਚ ਵੜ ਗਏ, ਨਿਕਲਿਆ ਨਹੀਂ ਕੋਈ। ਮੈਂ ਬੜੀ ਰਿਸਪੈਕਟ ਨਾਲ ਬੁਲਾਉਂਦਾ ਰਿਹਾ ਕਿ ਤੁਸੀਂ ਬਾਹਰ ਆ ਕੇ ਜਵਾਬ ਦਿਓ, ਅਸੀਂ ਤੁਹਾਨੂੰ ਮੈਕ ਦੇਵਾਂਗੇ, ਸੰਗਤ ਬੈਠੀ ਹੈ, ਇਹਨੂੰ ਜਾਣਕਾਰੀ ਦਿਓ ਅਸਲੀਅਤ ਕੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕਿਉਂ ਨਹੀਂ ਮਿਲਦੇ ਪਏ? 328 ਸਰੂਪਾਂ ਦਾ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ, ਗਲਤ ਜਾਣਕਾਰੀ ਦੇ ਰਹੇ ਹੋ, ਉਹਦੀ ਤਸੱਲੀ ਕਰਾਓ ਸਾਡੀ। 328 ਸਰੂਪਾਂ ਦਾ ਇਹ ਕਲੀਅਰ ਹੈ ਜੀ। 328 ਸਰੂਪ ਜਿੱਥੇ ਵੀ ਜਾਣਗੇ, ਆਰਡਰ ਬੁੱਕ ਦੇ ਉੱਤੇ ਲਿਖਿਆ ਜਾਊਗਾ ਕਿ ਇਸ ਸੰਸਥਾ ਨੂੰ ਅਸੀਂ ਭੇਜ ਰਹੇ ਹਾਂ, ਇਹਦਾ ਐਡਰੈਸ ਹੈ, ਉਹਨੂੰ ਸੰਸਥਾ ਨੂੰ ਲਿਖਿਆ ਜਾਊਗਾ ਅਸੀਂ ਇੰਨੇ ਸਰੂਪ ਤੁਹਾਡੇ ਕੋਲ ਭੇਜ ਰਹੇ, ਇਹਨਾਂ ਦੀ ਇੰਨੀ ਭੇਟਾ ਜਿਹੜੀ ਆ ਉਹ ਸੈਕਟਰੀ ਨੂੰ ਦੇ ਦਿੱਤੀ ਜਾਵੇ। ਭੇਟਾ ਸੈਕਟਰੀ ਦੇਤੀ ਜਾਂ ਖਾ ਗਿਆ, ਮੈਂ ਨਹੀਂ ਸਮਝਦਾ ਖਾ ਗਿਆ, ਕਿਉਂਕਿ ਇਹ ਪੈਸੇ ਆਨਲਾਈਨ ਆਉਂਦੇ ਨੇ ਤੇ ਅਕਾਊਂਟ 'ਚ ਆਉਂਦੇ ਨੇ, ਕਿਉਂਕਿ ਉੱਥੇ ਇਹ ਮਰਿਆਦਾ ਬਣੀ ਹੋਈ ਹੈ ਕਿ ਪੈਸਾ ਕੈਸ਼ ਨਹੀਂ ਲਿਆ ਜਾਊਗਾ, ਅਕਾਊਂਟ ਰਾਹੀਂ ਲਏ ਜਾਣਗੇ। ਹਾਂਜੀ, ਤੋ ਇਹ ਸਾਨੂੰ ਝੂਠ ਬੋਲਦੇ ਨੇ, ਸੰਗਤ ਨੂੰ ਦੁਬਿਧਾ 'ਚ ਪਾਉਂਦੇ ਨੇ। ਇਹ ਜਿਹੜੀ ਇਹ ਭਾਵਨਾ ਕਿ ਸਾਡੇ ਤੋਂ ਕਮੇਟੀ ਖੋਂਡੇ, ਉਹ ਤਾਂ ਖੋਣੀ ਹੈ, ਉਹ ਤਾਂ ਖੋ ਰਹੇ ਅਸੀਂ। ਉਹ 'ਚ ਕਿਹੜੀ ਜੇ ਇਹ ਨਾ ਮੁੱਦਾ ਹੁੰਦਾ ਤਾਂ ਵੀ ਅਸੀਂ ਲੱਗੇ ਹੋਏ ਸੀ।
ਇਹ ਤੋਂ ਲੈਣੀ ਕਮੇਟੀ, ਕਿਉਂਕਿ ਇਹ ਉਹਦਾ ਵੱਡਾ ਭਰਾ ਸਾਬਤ ਹੋਇਆ, ਜਿਹੜਾ ਮਹੰਤ ਸੀਗਾ ਨਰੈਣੂ ਮਹੰਤ, ਉਹਦਾ ਵੱਡਾ ਭਰਾ ਸਾਬਤ ਹੋਇਆ। ਇਹਨੇ ਸਾਡਾ ਬਹੁਤ ਨੁਕਸਾਨ ਕੀਤਾ। ਜਿਸ ਤਰ੍ਹਾਂ ਗੁੰਡੇ ਉਹਨੇ ਪਾਲੇ ਸੀ, ਉਸ ਤਰ੍ਹਾਂ ਹੀ ਇਹਨੇ ਪਾਲੇ। ਇਹਨੇ ਆਪਣੇ ਗੁੰਡਿਆਂ ਨੂੰ ਬੁਲਾ ਕੇ, ਜਿਨ੍ਹਾਂ ਨੂੰ ਸੱਟਾਂ ਲਵਾਈਆਂ ਬੰਦਿਆਂ ਸਾਡਿਆਂ ਨੂੰ, ਸਿੱਖਾਂ ਨੂੰ, ਉਹਨਾਂ ਨੂੰ ਲੱਖ ਰੁਪਈਆ ਗੁਰੂ ਦੀ ਗੋਲਕ ਚੋਂ ਇਸ ਬੰਦੇ ਨੇ ਦਿੱਤਾ। ਇਹ ਜਥੇਦਾਰ ਦੱਸੇ, ਕਿਹੜੇ ਮੂੰਹ ਨਾਲ ਦੱਸੂਗਾ? ਇਹ ਪ੍ਰੈਸ ਦੇ ਸਾਹਮਣੇ ਤੇ ਆਵੇ, ਕੈਮਰੇ ਦੇ ਸਾਹਮਣੇ ਤੇ ਆਵੇ। ਲੱਖ ਰੁਪਈਆ ਗੁਰੂ ਦੀ ਗੋਲਕ ਚੋਂ ਦਿੱਤਾ। ਮੈਂ ਪ੍ਰੂਫ ਦੇਣਾ, ਇਹ ਆਵੇ ਮੇਰੇ ਸਾਹਮਣੇ ਬੈਠੇ, ਜਿਹੜੇ ਉੱਥੇ ਅੰਮ੍ਰਿਤਸਰ ਸਾਹਿਬ। ਬਿਲਕੁਲ, ਜਿਹੜੇ ਬੰਦੇ ਨਾ ਗੁਰੂ ਘਰ ਦੇ ਮੁਲਾਜ਼ਮ ਨੇ, ਨਾ ਟਾਸਕ ਫੋਰਸ ਦੇ ਮੈਂਬਰ ਨੇ, ਨਾ ਉਹਨਾਂ ਦਾ ਕੋਈ ਦੂਰ ਦਾ ਵਾਸਤਾ, ਇੱਕ ਹਫ਼ਤੇ 'ਚ ਦੋ ਚੈੱਕ ਦਿੱਤੇ ਉਹਨਾਂ ਨੂੰ, ਤੇ ਲੱਖ ਰੁਪਏ ਦੇ ਚੈੱਕ ਦੇ ਕੇ ਉਹਨਾਂ ਨੇ ਨਵਾਜਿਆ, ਜਿਨ੍ਹਾਂ ਨੇ ਸੱਟਾਂ ਲਾਈਆਂ ਨੇ ਜੀ। ਇਹ ਪ੍ਰੈਸ ਦੇ ਸਾਹਮਣੇ ਆ ਕੇ ਮੁੱਕਰਨ ਮੇਰੇ ਤੋਂ, ਮੈਂ ਪ੍ਰੂਫ ਦਊਂਗਾ ਇਹਨਾਂ ਸਾਹਮਣੇ, ਇਹਨਾਂ ਦੇ ਸਾਈਨਾਂ ਵਾਲੇ ਚੈੱਕ ਦਊਂਗਾ। ਯਾਨੀ ਕਿ ਉਹ ਟਾਸਕ ਫੋਰਸ ਤੋਂ ਬਾਹਰ ਦੇ ਵਿਅਕਤੀ ਸੀ, ਉਹ ਕੁੱਟਣ ਲਈ ਬੁਲਾਏ ਗਏ। ਬਿਲਕੁਲ ਮੈਂ ਸਾਬਤ ਕਰੂੰਗਾ, ਪ੍ਰੈਸ ਦੇ ਸਾਹਮਣੇ ਆਉਣ, ਟਾਈਮ ਦੇਣ, ਅੰਮ੍ਰਿਤਸਰ ਦਾ ਦੇਣ, ਅੰਮ੍ਰਿਤਸਰ ਦਾ, ਚੰਡੀਗੜ੍ਹ ਦਾ ਦੇਣ, ਬਾਦਲ ਦੇ ਘਰ ਦਾ ਦੇ ਦੇਣ। ਇਹਨਾਂ ਨੂੰ ਡਰ ਲੱਗਦਾ ਤੇ ਮੈਂ ਜਾਊਂਗਾ। ਇੱਕ ਸਿੰਘ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਕਾਰਜਸ਼ੈਲੀ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿੰਨੇ ਕੁ ਸਮੇਂ ਦੇ ਵਿੱਚ ਜਿਹੜੀਆਂ ਹੋ ਸਕਦੀਆਂ ਨੇ? ਸੈਂਟਰ ਸਰਕਾਰ ਵੱਲੋਂ ਪ੍ਰੋਸੀਜਰ ਵੀ ਸ਼ੁਰੂ ਕੀਤਾ ਗਿਆ। ਦੇਖੋ 12 ਸਾਲ ਤੇ ਹੋ ਚੁੱਕੇ ਆ ਜੀ, ਤੇ ਤੁਸੀਂ ਜੇ ਇਹਨੂੰ ਅੱਜ ਵੀ ਤਕਲੀਫ ਹੋ ਰਹੀ ਹੈ ਬਾਦਲ ਨੂੰ, ਤੇ ਇਹ ਜਾਇਜ਼ ਨਹੀਂ। 5 ਸਾਲ ਬਾਅਦ ਸਰਕਾਰ ਬਣਦੀ, 5 ਸਾਲ ਬਾਅਦ ਪਾਰਲੀਮੈਂਟ ਬਦਲੀ ਜਾਂਦੀ। ਕਦੀ ਕਿਸੇ ਨੇ ਕੋਈ ਕਿੰਨਾ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਹੋਵੇ, ਕਦੀ ਕਿਸੇ ਨੇ ਕਿਹਾ ਕਿ ਹਾਏ ਤੋਬਾ ਮਾਰਤਾ, ਇਹ ਕਰਤਾ, ਉਹ ਕਰਤਾ। ਟਾਈਮ ਤੇ ਆਪਣਾ ਤਿਆਰੀ ਕਰੋ। ਤੁਸੀਂ 12 ਸਾਲ ਤੱਕ ਹੋਣ ਨਹੀਂ ਦਿੱਤੀਆਂ। ਹੁਣ ਤੁਹਾਡੀ ਯਾਰੀ ਟੁੱਟ ਗਈ ਆ, ਤੇ ਹੁਣ ਤੁਹਾਨੂੰ ਲੱਗਦਾ ਹੋ ਜਾਣੀਆਂ, ਤੇ ਤੁਹਾਨੂੰ ਤਾਪ ਚੜ੍ਹ ਗਿਆ, ਪਾਪ ਕੰਬਣ ਲੱਗ ਪਏ। ਤੇ ਇਹ ਵੱਖਰਾ ਵਿਸ਼ਾ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹ ਗਵਾ ਦੇਣ ਵਾਲਾ ਵਿਸ਼ਾ ਨਹੀਂ, ਭੁੱਲ ਜਾਣ ਵਾਲਾ ਵਿਸ਼ਾ ਨਹੀਂ। ਇਹਦਾ ਜਵਾਬ ਇਹਨਾਂ ਨੂੰ ਦੇਣਾ ਪੈਣਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਤੁਹਾਡੀ ਪੰਥਕ ਏਕਤਾ ਜਿਹੜਾ ਧੜਾ ਬਣਾਇਆ ਗਿਆਗਾ, ਜੇ ਇਹ ਜਿੱਤਦਾਗਾ, ਤਾਂ ਤੁਸੀਂ ਇਸ ਪੂਰੇ ਮਾਮਲੇ ਦਾ ਸੱਚ ਜਿਹੜਾ ਸਾਹਮਣੇ ਲਿਆਓਗੇ, ਤੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾਵਾਂ ਦੇ ਲਈ ਕੀ ਪ੍ਰੋਸੀਜਰ ਜਿਹੜਾ ਅਪਣਾਓਗੇ? ਇਹ ਤੇ ਉਸ ਸਮੇਂ ਦੁਨੀਆ ਦੱਸੂਗੀ ਤੇ ਦੇਖੂਗੀ ਕਿ ਕੀ ਹੁੰਦਾ ਹੈ। ਲੇਕਿਨ ਅਸੀਂ ਵਚਨਬੱਧ ਹੋਵਾਂਗੇ ਪਾਵਨ ਗੁਰੂ ਸਾਹਿਬ ਦੇ ਸਰੂਪ ਵਾਪਸ ਲਿਆਉਣ ਲਈ, ਭਾਵੇਂ ਉਹ ਅਮਰੀਕਾ 'ਚ ਹੋਣ, ਭਾਵੇਂ ਨਾਗਪੁਰ ਹੋਣ, ਭਾਵੇਂ ਇੰਗਲੈਂਡ 'ਚ ਹੋਣ, ਭਾਵੇਂ ਦਿੱਲੀ 'ਚ ਹੋਣ। ਇਹ ਸਾਨੂੰ ਕੋਈ ਚਿੰਤਾ ਨਹੀਂ। ਅਸੀਂ ਉਹਨਾਂ ਨੂੰ ਉਹ ਸਰੂਪ ਸਾਰੇ ਖਜ਼ਾਨਾ ਵਾਪਸ ਆਊਗਾ। ਜੀ ਸਿੰਘ ਸਾਹਿਬ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸੋ ਇਹ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਜਿਹੜਾ ਮਸਲਾ ਗਾ, ਉਹ ਬੇਹੱਦ ਗੰਭੀਰ ਹੈਗਾ, ਤੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਨੇ, ਤੇ ਸੱਚ ਜਿਹੜਾ ਉਹ ਸਿੱਖ ਸੰਗਤਾਂ ਦੇ ਸਾਹਮਣੇ ਆਉਣਾ ਚਾਹੀਦਾ। ਸੋ ਫਿਲਹਾਲ ਦੇ ਲਈ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ ਕਿਸੇ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਦੇ ਲਈ ਦਿਓ ਆਗਿਆ। ਧੰਨਵਾਦ।